ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ ਤੀਜਾ। ਜਪ ਬਾਰੇ ਆਪਾਂ ਵਿਚਾਰਨਾ। ਅੱਗੇ ਆਪਾਂ ਨੂੰ ਆ ਜਾਣਾ ਅਸੰਖ ਜਪ। ਸੰਸਾਰ 'ਚ ਅਨੇਕਾਂ ਹੀ ਵਿਧੀਆਂ ਨੇ ਜਪਣ ਦੀਆਂ। ਇਹ ਵਿਧੀ ਵੱਖਰੀ ਹੈ ਸੰਸਾਰ ਨਾਲੋਂ। ਹਾਥ ਪੋਂ ਕਾਮ ਕਰ ਸਭ ਚੀਤ ਨਿਰੰਜਨ ਨਾਲ। ਧਿਆਨ ਦੀ ਗੱਲ ਹੈ। ਧਿਆਨ ਕਿਵੇਂ ਕੇਂਦਰ ਹੋਵੇ, ਉਹੀ ਤਾਂ ਕਿਰਪਾ ਲੈਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਗਿਆਨ ਹੀ ਫਿਰ ਧਿਆਨ ਬਣ ਜਾਣਾ ਆਪਣਾ। ਜਦੋਂ ਗੁਰ ਸ਼ਬਦ, ਗੁਰ ਉਪਦੇਸ਼, ਗੁਰਦੇਵ ਗਿਆਨ ਦੀ ਕਿਰਪਾ ਹੋਣੀ ਹੈ ਸਾਡੇ 'ਤੇ, ਫਿਰ ਗਿਆਨ ਹੀ ਧਿਆਨ ਬਣ ਜਾਣਾ। ਇਸ ਸੰਸਾਰ ਤੋਂ ਵੱਖਰੀ ਭਗਤੀ ਹੈ। ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਈਆਂ। ਜਪ ਤੋਂ ਭਾਵ ਹੁੰਦਾ ਸਮਝਣਾ। ਸਮਝੂ ਕੌਣ, ਵਿਚਾਰੂ ਕੌਣ। ਪਿੱਛੇ ਆਪਾਂ ਦੂਏ ਭਾਗ 'ਚ ਵਿਚਾਰ ਕੀਤੀ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਕਿਵੇਂ ਕਿਰਪਾ ਹੋ, ਉਹਦੇ ਬਾਰੇ ਵੀ ਆਪਾਂ ਵਿਚਾਰਿਆ। ਜਪ ਕੀ ਹੈ? ਸਮਝਣਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰ ਤੋਂ ਭਾਵ ਸਮਝ ਸਮਝ ਕੇ, ਵਿਚਾਰ ਕੇ ਇਹਦੀ ਪ੍ਰਾਪਤੀ ਹੋਣੀ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗੰਮ ਅਗੋਚਰ ਪ੍ਰਭ ਨਿਰਵਾਣੀ। ਹੇ ਜੀਵ, ਤੂੰ ਕਿਸੇ ਵੀ ਵਿਧੀ ਨਾਲ ਉੱਥੇ ਤੱਕ ਨਹੀਂ ਪਹੁੰਚ ਸਕਦਾ। ਸੱਚਖੰਡ ਤੱਕ, ਨਿਰਾਕਾਰ ਭਾਵ ਆਕਾਰ ਤੋਂ ਰਹਿਤ ਉਹ ਦੁਨੀਆ ਤੱਕ ਧਿਆਨ ਦੀ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਪਰ ਫਿਰ ਵੀ ਮਨ ਦਾ ਸੁਭਾਵ ਆ, ਜੋ ਜੋ ਜਗਤ ਮੇਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਉਣਾ। ਸੰਸਾਰ ਅਨੇਕਾਂ ਵਿਧੀਆਂ ਨਾਲ ਸਮਝ ਰਿਹਾ, ਵਿਚਾਰ ਰਿਹਾ ਆਪਦੀ ਮਤ ਨਾਲ। ਉਹ ਮਾਨਵ ਸੋਚਾਂ ਨੇ ਫਾਸਨ ਕੀ ਵਿਦ, ਸਭ ਕੋ ਜਾਣੇ ਸੂਟਨ ਕੀ ਇੱਕ ਕੋਈ। ਇੱਥੇ ਆਪਾਂ ਨੂੰ ਸਮਝ ਆਉਣੀ ਹੈ ਉਹਦੀ ਕਿਰਪਾ ਨਾਲ। ਉਹ ਕਿਰਪਾ ਹੀ ਲੈਣ ਆਪਾਂ ਆਏ ਹਾਂ। ਕੌਣ ਕਿਰਪਾ ਲਊਗਾ? ਜਿਹੜਾ ਗੁਰ ਕੇ ਚਰਨ ਬਾਣੀ, ਗੁਰ ਉਪਦੇਸ਼ ਦਾ ਧਾਰਨੀ ਬਣੂਗਾ, ਗੁਰੂ ਭਗਤਾਂ ਦੇ ਦਰਸਾਏ ਮਾਰਗ 'ਤੇ ਚੱਲੂਗਾ। ਅੱਗੇ ਆਪਾਂ ਨੂੰ ਆ ਜਾਣਾ ਜਪਜੀ ਸਾਹਿਬ ਦੇ ਵਿੱਚ, ਨਦੀਆਂ ਪਵਹਿ ਸਮੁੰਦ ਨਾ ਜਾਣੀਏ। ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਐਵੇਂ ਉਹ ਗੁਰਸਿੱਖ ਕੋਈ ਵੀ ਹੋ ਸਕਦਾ ਹੈ, ਕਿਸੇ 'ਤੇ ਵੀ ਕਿਰਪਾ ਹੋ ਸਕਦੀ ਹੈ। ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਾਰਿਆਂ ਨੂੰ ਬਰਾਬਰੀ ਦਿੰਦੀ ਹੈ ਬਾਣੀ। ਸਾਰਿਆਂ ਨੂੰ ਗੁਰੂ ਕੇ ਪਿਆਰੇ ਮੰਨਦੀ ਹੈ ਜਿਹੜੇ ਮਾਰਗ 'ਤੇ ਚੱਲਦੇ ਨੇ। ਉਹ ਗੁਰਸਿੱਖ ਗੁਰੂ ਦਾ ਰੂਪ ਹੀ ਹੋ ਜਾਂਦੇ ਨੇ। ਜਿਵੇਂ ਨਦੀਆਂ ਨਾਲੇ ਸਮੁੰਦਰ ਜਾ ਕੇ ਲਹਿ ਹੋ ਜਾਂਦੇ ਨੇ, ਇਵੇਂ ਆਪਾਂ ਇਹ 'ਤੇ ਚੱਲਣਾ ਵਾ, ਇਹਦੇ ਧਾਰਨੀ ਬਣਨਾ। ਇਹ ਸਿੱਖੀ ਅਪਣਾਉਣੀ ਹੈ। ਸਿੱਖੀ ਦਾ ਘਰ ਹੈ। ਇਹੀ ਤਾਂ ਭਗਤੀ ਹੈ, ਇਹੀ ਤਾਂ ਬੇਨਤੀ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹੈ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਦਾਤਾ ਕਿਰਪਾ ਕਰ, ਗਿਆਨ ਦੇ ਦੇਵ, ਸਾਡੇ 'ਤੇ। ਸਾਡਾ ਸੰਸਾਰ 'ਚੋਂ ਛੁਟਕਾਰਾ ਹੋ ਜਾਏ, ਵਿਕਾਰਾਂ ਤੋਂ ਮੁਕਤੀ ਮਿਲ ਜੇ ਸਾਨੂੰ। ਫਿਰ ਉਹ ਆਪਾਂ ਨੂੰ ਕਿਵੇਂ ਪ੍ਰਾਪਤੀ ਹੋਣੀ? ਪਿੱਛੇ ਆਪਾਂ ਦੂਏ ਭਾਗ 'ਚ ਕੀਤਾ। ਇੱਥੋਂ ਜਪ ਤੋਂ ਭਾਵ ਸਮਝਣਾ, ਵਿਚਾਰਨਾ। ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇਹ ਨਾਮ ਬਾਰੇ ਸਮਝਣਾ ਐਸੀ ਵਿਧੀ ਹੈ, ਇੱਕ ਵਾਰੀ ਜਿਹੜਾ ਸਮਝ ਲਿਆ, ਫਿਰ ਜਿਹਦੀ ਪ੍ਰਾਪਤੀ ਹੋ ਗਈ, ਫਿਰ ਸਾਡਾ ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ। ਜਿਵੇਂ ਆਪਾਂ ਪੜ੍ਹਾਈ ਵੀ ਕਰਦੇ ਹਾਂ ਸੰਸਾਰੀ, ਜਿਹੜੀਆਂ ਕਲਾਸਾਂ ਤੱਕ ਆਪਾਂ ਪੜ੍ਹ ਲੈਂਦੇ ਉਹਨੂੰ ਭੁੱਲਦੇ ਹੀ ਨਹੀਂ ਹੈਗੇ। ਇਵੇਂ ਕਿ ਨਾਮ ਦੀ ਵਿਧੀ ਹੈ, ਇਹ ਆਪਾਂ ਪ੍ਰਾਪਤ ਕਰਨੀ ਹੈ। ਕੌਣ ਪ੍ਰਾਪਤ ਕਰਨਗੇ? ਹੁਣ ਆਪਾਂ ਸਤਿਗੁਰਾਂ ਦੇ ਵਚਨ ਲਈਏ। ਮਹੱਲਾ ਪੰਜਵਾਂ। ਜਿਸ ਗੁਰ ਪੂਰਾ ਭੇਟ ਸੀ, ਸੋ ਚਲੇ ਰਜਾਏ। ਜਦ ਤੱਕ ਪੂਰਨ ਗਿਆਨ ਨਹੀਂ ਹੁੰਦਾ, ਮਨ ਬੁੱਧੀ ਸੂਝਵਾਨ ਹੋ ਕੇ ਆਪਣੇ ਮੂਲ ਹਰ 'ਚ ਲੈ ਨਹੀਂ ਹੁੰਦੇ, ਇੱਕ ਨਹੀਂ ਹੋ ਜਾਂਦੇ, ਰਜਾ 'ਚ ਮਨ ਨਹੀਂ ਚੱਲ ਸਕਦਾ। ਬਚਣਾ ਉਹਨਾਂ ਨੇ ਹੀ ਹੈ, ਮੁਕਤੀ ਉਹਨਾਂ ਨੂੰ ਮਿਲਣੀ ਹੈ ਜਿਹਨਾਂ ਦਾ ਮਨ ਭਾਣੇ 'ਚ ਆਊ। ਨਾਨਕ ਰਹਿਣ ਰਜਾਈ, ਆਪਾਂ ਨੂੰ ਅੱਗੇ ਆ ਜਾਣਾ ਵਾ। ਸਤਿਗੁਰਾਂ ਦੇ ਵਚਨ ਲਈਏ। ਮਹੱਲਾ ਤੀਜਾ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨਹਾਰ। ਸੁਰਤ ਸ਼ਬਦ ਦਾ ਮੇਲ, ਗੁਰ ਉਪਦੇਸ਼ ਸ਼ਬਦ, ਸੁਰਤ ਦਾ ਮਿਲਾਪ ਕਿਹਦੇ ਨਾਲ ਹੋਣਾ? ਸ਼ਬਦ ਨਾਲ। ਉਹ ਸ਼ਬਦ 'ਤੇ ਹੀ ਆਪਣਾ ਨਿਬੇੜਾ ਹੋਣਾ। ਸ਼ਬਦ 'ਚੋਂ ਹੀ ਆਪਾਂ ਨੂੰ ਗਿਆਨ ਪੈਦਾ ਹੋਣਾ।
ਉਹਨੂੰ ਵਿਚਾਰ ਨਾਲ ਸਮਝਣਾ, ਇਹ ਵਿਚਾਰਧਾਰਾ ਨਾਲ ਜੋੜਨਾ, ਉਹਨੂੰ ਜਪ ਕਹਿੰਦੀ ਹੈ ਬਾਣੀ। ਪ੍ਰਭ ਕੇ ਸਿਮਰਨ ਸਭ ਕੇ ਸੂਝੇ। ਸਿਮਰਨ ਤੋਂ ਭਾਵ ਜਦੋਂ ਵਿਚਾਰਦੇ ਹਾਂ, 'ਚੋਂ ਗਿਆਨ ਪੈਦਾ ਹੁੰਦਾ, ਸੋਝੀ ਹੋ ਜਾਂਦੀ ਹੈ। ਅੱਗੇ ਆਪਾਂ ਨੂੰ ਆ ਜਾਣਾ ਜਪਜੀ ਸਾਹਿਬ ਦੇ ਵਿੱਚ ਹੀ, ਮੰਨੇ ਸੁਰਤ ਹੋਵੇ ਮਨ ਬੁੱਧ। ਜਿਹੜੇ ਮੰਨ ਲੈਂਦੇ ਨੇ ਸਮਝ ਵਿਚਾਰ ਕੇ, ਉਹਨਾਂ ਦੀ ਸੁਰਤ ਭਾਵ ਜੋਤ ਬੁੱਧੀ ਅਕਲ ਆ ਜਾਂਦੀ ਹੈ, ਸਮਝ ਆ ਜਾਂਦੀ ਹੈ, ਉਹਨਾਂ ਨੂੰ ਸੋਝੀ ਹੋ ਜਾਂਦੀ ਹੈ। ਅੱਗੇ ਸਤਿਗੁਰਾਂ ਦੇ ਬਚਨ ਲੈ ਲੈਂਦੇ ਹਾਂ। ਸਤਿਗੁਰ ਜਿਨੀ ਨਾ ਸੇਵਿਓ ਸੇ ਕੀਤਾ ਇਹ ਸੰਸਾਰ। ਕਹਿੰਦੇ ਫਿਰ ਕੀ ਕਰਨਾ ਹੈ ਭਾਈ ਸੰਸਾਰ, ਜੇ ਸਤਿਗੁਰ ਦੀ ਪ੍ਰਾਪਤੀ ਨਹੀਂ ਕੀਤੀ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਪਰ ਆਪਾਂ ਸਰੀਰ ਕਰਕੇ ਪੂਰਨ ਹੋਏ ਬੈਠੇ ਹਾਂ, ਆਤਮਾ ਤੋਂ ਕੋਰੇ ਹਾਂ। ਬਾਣੀ ਆਤਮ ਗਿਆਨ ਹੈ ਭਾਈ, ਬ੍ਰਹਮ 'ਚ ਲੀਨ ਹੋਣਾ ਆਪਾਂ। ਜੇ ਆਪਾਂ ਨੂੰ ਜਪ ਤੋਂ ਭਾਵ ਸਮਝ ਆਊਗੀ, ਬਾਣੀ ਨਾਲ ਜੁੜਾਂਗੇ, ਵਿਚਾਰਧਾਰਾ ਨਾਲ ਜੁੜਾਂਗੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ, ਫਿਰ ਹੀ ਆਪਾਂ ਆਪਦੇ ਘਰ ਪਹੁੰਚਾਂਗੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅੱਗੇ ਸਤਿਗੁਰ ਕੀ ਸਮਝਾਉਂਦੇ? ਮਹਲਾ ਤੀਜਾ। ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ। ਵਡਿਆਈ ਤਾਂ ਉਹਦੇ ਹੱਥ 'ਚ ਹੈ ਭਾਈ, ਕੁਦਰਤ ਦੇ। ਅਸੀਂ ਇਹ ਕਮਾਈ ਕਰਨੀ ਹੈ, ਕਿਰਪਾ ਕਰੀਏ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਪਰ ਅਸੀਂ ਇਹ ਕਮਾਈ ਨਹੀਂ ਕਰਦੇ। ਅਸੀਂ ਗੁਰੂ ਘਰਾਂ ਜਾ ਕੇ ਜਿੱਥੇ ਸਿੱਖੀ ਅਪਣਾਉਣੀ ਸੀ, ਗੁਰੂ ਦੀ ਸਿੱਖਿਆ ਲੈਣੀ ਸੀ, ਉੱਥੇ ਅਸੀਂ ਉਪਦੇਸ਼ ਕਰਨ ਲੱਗ ਗਏ, ਉੱਥੋਂ ਕਿਰਾਏ ਪੈ ਗਏ। ਕਬੀਰ ਔਰੋਂ ਕੋ ਉਪਦੇਸ਼ ਤੇ ਮੁਕਮੇ ਪਰ ਹੈ ਰੇਤ। ਰਾਸ ਬਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਖੇਤ ਕਿਵੇਂ ਬਚਣਾ ਸੀ ਫਿਰ ਮਨ ਬੁੱਧੀ ਨੇ ਭਾਈ, ਜਿੱਥੇ ਨਾਮ ਬੀਜਣਾ ਸੀਗਾ। ਅਸੀਂ ਤਾਂ ਦੂਏ ਨੂੰ ਉਪਦੇਸ਼ ਕਰਨ ਲੱਗ ਗਏ। ਸਤਿਗੁਰਾਂ ਦੇ ਵਚਨ ਲੈ ਲਈ, ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਕਿਉਂ ਜੰਮਣ ਮਰਨ ਨੂੰ ਜਾਂਦੇ ਹਾਂ ਅਸੀਂ ਦੂਆਂ ਨੂੰ ਉਪਦੇਸ਼ ਕਰਦੇ ਹਾਂ, ਆਪ ਨਹੀਂ ਸਮਝਦੇ ਇਹਨੂੰ। ਪਹਿਲਾਂ ਆਪ ਕਮਾਈ ਕਰਨੀ ਹੈ, ਆਪ ਜਪੇ ਅਵਰੇ ਨਾਮ ਜਪਾਵੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾਵਣੇ। ਫਿਰ ਗੁਰ ਕਿਰਪਾ ਆ ਗਈ ਭਾਈ। ਸੱਚ ਦੇ ਗਿਆਨ ਤੋਂ ਬਿਨਾਂ ਕਿਸੇ ਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ। ਝੂਠ ਜਿੰਨਾ ਕੋ ਮਰਜ਼ੀ ਬੋਲੀ ਜਾਵੇ, ਝੂਠ ਦਾ ਕੀ ਹੈ? ਮਨ ਦਾ ਸੁਭਾਅ ਭਾਈ, ਝੂਠ ਬੋਲਣਾ। ਗੁਰ ਕਿਰਪਾ ਤੇ ਇਹ ਪ੍ਰਾਪਤੀ ਹੋਣੀ ਆਪਾਂ ਨੂੰ, ਜਪਦੀ ਸਮਝਦੀ। ਸਮਝ ਤੋਂ ਬਾਅਦ ਫਿਰ ਮਨ ਬੁੱਧੀ ਜੁੜਦੇ ਨੇ। ਅੱਗੇ ਆਪਾਂ ਨੂੰ ਆ ਜਾਣਾ ਜਪਜੀ ਸਾਹਿਬ ਦੇ ਵਿੱਚ, ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣੀਏ ਮੰਨੀਏ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇਹ ਅਵਸਥਾ ਨੇ ਚਾਰ, ਆਪਾਂ ਇਹ ਪ੍ਰਾਪਤ ਕਰਨੀਆਂ ਨੇ। ਸੁਣਨ ਦੀ, ਵਿਚਾਰਨ ਦੀ ਵਿਧੀ ਹੈ। ਆਇਆ ਸੁਣਨ ਪੜ੍ਹਨ ਕੋ ਬਾਣੀ, ਪਰਸਤਾ ਸੁਣਾਉਣ ਲੱਗ ਗਏ, ਉੱਥੋਂ ਫਿਰ ਰਹਿ ਗਏ। ਸੁਣਨ ਤੋਂ ਬਾਅਦ ਵਿਚਾਰਧਾਰਾ ਨਾਲ ਜੁੜ ਕੇ ਮਨ ਮੰਨ ਜਾਂਦਾ, ਫਿਰ ਮੰਨੇ ਦੂਈ ਮੁਕਤੀ 'ਚ ਪਹੁੰਚ ਜਾਂਦਾ। ਮਨ ਕੀਤਾ ਭਾਉ, ਫਿਰ ਤੀਜੇ ਜਾ ਕੇ ਪ੍ਰੇਮ ਪੈਂਦਾ ਹੈ। ਚੌਥੇ 'ਚ ਫਿਰ ਦਸਵਾਂ ਦਵਾਰ, ਦੇਵਲੋਕ, ਜਿਨੀ ਨਾਮ ਧਿਆਇਆ, ਉੱਥੇ ਪਹੁੰਚ ਜਾਂਦੇ ਨੇ। ਧਿਆਨ ਦੀ ਦੁਨੀਆ 'ਚ ਪਹੁੰਚ ਜਾਂਦੇ ਹਾਂ ਆਪਾਂ। ਅੰਤਰਗਤ ਤੀਰਥ ਮਲ ਨਾਓ, ਉਹ ਤੀਰਥ ਹੈ ਆਤਮਾ ਦਾ। ਉੱਥੇ ਫਿਰ ਨਾਮ ਦਾ ਦਰਸ਼ਨ ਹੋਣਾ ਆਪਾਂ ਨੂੰ, ਹੁਕਮ ਦਾ। ਤੀਰਥ ਨਾਵਣ ਜਾਈਏ, ਤੀਰਥ ਨਾਮ ਹੈ। ਅਸੀਂ ਸਰੀਰ ਕਰਕੇ ਜਿਹੜੇ ਤੀਰਥ ਕਰਦੇ ਹਾਂ, ਉਹ ਬਾਹਰ, ਉਹ ਸਰੀਰ ਦੇ ਨੇ। ਇਹ ਆਤਮਾ ਦਾ ਤੀਰਥ ਹੈ। ਇਹ ਦੋ ਹੀ ਪੱਖ ਬਾਣੀ ਆਪਾਂ ਨੂੰ ਸਮਝਾਉਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਤਿੱਥੇ ਕਾਲ ਨਾ ਅਪੜੇ, ਜਿੱਥੇ ਗੁਰ ਕਾ ਸ਼ਬਦ ਉਪਾਰ, ਉੱਥੇ ਕਾਲ ਤੋਂ ਜਾ ਕੇ ਅਸੀਂ ਮੁਕਤ ਹੋਣਾ ਹੈ। ਮਾਇਆ ਦੇ ਵਿੱਚ ਕਾਲ ਹੈ ਭਾਈ। ਚੌਪਾਈ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਸਗਲ ਕਾਲ ਕਾ ਕੀ ਆਤਮਾਸਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਫਿਰ ਰਸਾਲੂ ਤਾਂ ਮਿਲੇ, ਜਾਂ ਗੁਰ ਕਾ ਸ਼ਬਦ ਸੁਣੀ। ਫਿਰ ਦਾ ਦਰਸ਼ਨ, ਹੁਕਮ ਦਾ ਦਰਸ਼ਨ ਤਾਂ ਹੋਣਾ ਹੈ ਜੇ ਗੁਰ ਕਾ ਸ਼ਬਦ ਵਿਚਾਰਾਂਗੇ, ਸ਼ਬਦ ਨਾਲ ਜੁੜਾਂਗੇ, ਫਿਰ ਸੁਰਤ ਦਾ ਸ਼ਬਦ ਨਾਲ ਮੇਲ ਹੋਣਾ ਹੈ। ਜੋ ਅਸੀਂ ਸਮਝੀ ਬੈਠੇ ਹਾਂ, ਸਾਡੀ ਮਾਨਵ ਸੋਚਣਾ, ਉਹ ਸਭ ਸਵਾਰਥ ਹੈ, ਮਾਇਆ ਦਾ ਖੇਲ ਹੈ। ਉਹ ਤੋਂ ਆਪਾਂ ਉੱਪਰ ਉੱਠਣਾ। ਸਤਿਗੁਰ ਨੌਵੇਂ ਪਾਤਸ਼ਾਹ ਦੇ ਆਪਾਂ ਸਲੋਕ ਲੈ ਲੈਂਦੇ ਹਾਂ। ਪ੍ਰਾਨੀ ਰਾਮ ਨਾ ਚੇਤੀ ਬਦ ਮਾਇਆ ਕੇ ਅੰਧ। ਅਸੀਂ ਜਿੰਨੇ ਵੀ ਧਰਮ ਕਰਮ ਕਰਦੇ ਹਾਂ, ਮਾਇਆ ਕਰਕੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਪ੍ਰਾਨੀ ਰਾਮ ਨਾ ਚੇਤੀ ਮਦ ਮਾਇਆ ਕੇ ਅੰਧ, ਕਹੋ ਨਾਨਕ ਹਰਿ ਭਜਨ ਪਰਤ ਤਾਹੇ ਜਮ ਫਸ। ਫਿਰ ਜਮ ਨਹੀਂ ਛੱਡਦੇ, ਜਮ ਫਿਰ ਫੜ ਕੇ ਲੈ ਜਾਂਦੇ ਨੇ। ਮਾਇਆ ਦੇ ਵਿੱਚ ਆ ਕੇ ਅਸੀਂ ਬੜੇ ਬੜੇ ਭੇਖ ਕਰਦੇ ਹਾਂ, ਬੜੇ ਬੜੇ ਰੁਤਬੇ ਪੈਦਾ ਕਰ ਲੈਂਦੇ ਹਾਂ, ਸੰਸਾਰ ਦੀਆਂ ਵਡਿਆਈਆਂ 'ਚ ਫਸ ਜਾਂਦੇ ਹਾਂ। ਭਗਤ ਕਬੀਰ ਜੀ ਕੀ ਸਮਝਾਉਂਦੇ ਆ? ਕਬੀਰ ਉੱਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਸਰ ਕੇ ਨਾਮ ਬਿਨ ਬੰਦੇ ਜੰਮ ਪਰ ਜਾਏ। ਸਾਰਿਆਂ ਨੂੰ ਕਹਿੰਦੇ ਜੰਮ ਬਣ ਕੇ ਲੈ ਜਾਂਦਾ ਭਾਈ। ਫਿਰ ਕੀ ਖੱਟਿਆ ਆਪਾਂ? ਕੁਛ ਵੀ ਨਹੀਂ। ਪ੍ਰਾਨੀ ਰਾਮ ਨਾ ਚੇਤੀ ਮਦ ਮਾਇਆ ਕੇ ਅੰਧ, ਕਹੋ ਨਾਨਕ ਹਰਿ ਭਜਨ ਬਿਨ ਪਰਤ ਤਾਹੇ ਜੰਮ ਫੰਦ।
ਜਾਂ ਫਿਰ ਲੈ ਜਾਂਦੇ ਨੇ ਭਾਈ। ਇਹ ਹਰ ਕਥਾ ਇਹਦੇ ਨਾਲ ਆਪਾਂ ਜੁੜਨਾ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਇਹਨੂੰ ਵਿਚਾਰਾਂਗੇ। ਜਿਹੜੇ ਵਿਚਾਰਨਗੇ, ਸੁਣਨਗੇ, ਜਦੋਂ ਗਿਆਨ ਪੈਦਾ ਹੋਊ ਫਿਰ ਸਾਨੂੰ ਮੁਕਤੀ ਮਿਲੂਗੀ। ਉਹ ਆਤਮਾ ਅਮਰ ਹੋ ਜਾਣਗੀਆਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤੀ ਮੇਰੀ। ਇਹਦੀ ਪ੍ਰਾਪਤੀ ਕਰਨੀ ਹੈ ਭਾਈ। ਆਪਾਂ ਇਹਨੂੰ ਵਿਚਾਰਨਾ, ਸੁਣਨਾ, ਸਮਝਣਾ। ਇਹਨੂੰ ਜਪ ਕਿਹਾ ਬਾਣੀ ਵਿੱਚ। ਗੁਰ ਕੀ ਸੇਵਾ, ਸ਼ਬਦ ਵਿਚਾਰ। ਸ਼ਬਦ ਵਿਚਾਰ ਤੋਂ ਜਦੋਂ ਸਾਨੂੰ ਗਿਆਨ ਪੈਦਾ ਹੁੰਦਾ ਵਾ, ਫਿਰ ਸਾਡਾ ਮਨ ਗਿਆਨਵਾਨ ਹੋ ਕੇ, ਮਨ ਬੁੱਧੀ ਇੱਕ ਹੋ ਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ, ਇੱਕ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ ਧਿਆਨ ਕਰਕੇ। ਸਰੀਰ 'ਚ ਤਾਂ ਆਪਾਂ ਆਮ ਲੋਕਾਂ ਵਾਂਗੂ ਹੀ ਕੰਮਕਾਰ ਕਰਦੇ ਹਾਂ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਸੁਖਮਨੀ ਸਾਹਿਬ ਦੇ ਵਿੱਚ, ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ। ਰਾਮ ਦੇ ਦਾਸ ਕੈਸੇ ਹੁੰਦੇ ਨੇ ਭਾਈ? ਸੰਸਾਰ 'ਚ ਰਹਿੰਦੇ ਹੋਏ ਵੈਸੀ ਵਿਧੀ ਹੈ, ਯੁਕਤੀ ਹੈ, ਕੰਮਕਾਰ ਕਰਦੇ ਹੋਏ ਵੀ ਕੁਦਰਤ ਨਾਲ ਜੁੜੇ ਰਹਿੰਦੇ ਨੇ, ਆਪਦੇ ਮੂਲ ਨਾਲ ਜੁੜੇ ਰਹਿੰਦੇ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਜੋ ਪ੍ਰਾਨੀ ਨਿਸ਼ ਦਿਨ ਭਜੇ, ਰੂਪ ਰਾਮ ਤਹਿ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਜਿਹੜੇ ਗੁਰਸਿੱਖ ਇਹ ਵਿਚਾਰਧਾਰਾ ਨਾਲ ਜੁੜ ਜਾਂਦੇ ਨੇ ਦਿਨ ਰਾਤ, ਉਹ ਰਾਮ ਦਾ ਰੂਪ ਆਪਦੇ ਮੂਲ ਦਾ ਜਾਣ ਲੈਂਦੇ ਨੇ। ਬਾਣੀ ਆਪਾਂ ਨੂੰ ਆਪਦੇ ਮੂਲ ਦਾ ਗਿਆਨ ਕਰਾਉਂਦੀ ਹੈ। ਪਿੱਛੇ ਵੀ ਆਪਾਂ ਵਿਚਾਰਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਫਿਰ ਸਾਨੂੰ ਆਪਦੇ ਆਤਮਾ ਦੇ ਮੂਲ ਭਾਵ ਹਰਦੀ ਸਮਝ ਆਉਂਦੀ ਹੈ। ਫਿਰ ਮਨ ਬੁੱਧੀ ਸੂਝਵਾਨ ਹੋ ਕੇ ਆਪਦੇ ਮੂਲ ਹਰ 'ਚ ਲਹਿ ਹੋ ਜਾਂਦੇ ਨੇ। ਫਿਰ ਧਿਆਨ ਦੀ ਦੁਨੀਆ 'ਚ ਪਹੁੰਚ ਜਾਂਦੇ ਆ। ਬਾਣੀ ਵਿੱਚ ਜਿਸ ਨੂੰ ਦੇਵਲੋਕ ਕਿਹਾ ਗਿਆ, ਉੱਥੇ ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ ਧਿਆਨ ਕਰਕੇ। ਇਹ ਸੰਸਾਰ ਤੋਂ ਵੱਖਰੀ ਭਗਤੀ ਹੈ। ਸੰਸਾਰ 'ਚ ਜਿੰਨੀਆਂ ਭਗਤੀਆਂ ਪਿੱਛੇ ਹੋਈਆਂ, ਅਣਖ ਤਪੱਸਿਆ ਕਰੇ ਹੰਕਾਰ, ਘਰ-ਬਾਰ ਛੱਡ ਕੇ ਚਲੇ ਜਾਣਾ, ਜਤੀ ਸਦਾਵੇ ਜੁਗਤ ਨ ਜਾਣੇ, ਛੱਡ ਵਹੇ ਘਰ-ਬਾਰ, ਉਹ ਸੰਸਾਰੀ ਵਿਧੀਆਂ ਨੇ। ਇਹ ਗੁਰਮਤਿ ਹੈ। ਇਹ ਵਿਧੀ ਆਪਾਂ ਅਪਣਾਉਣੀ ਹੈ। ਇੱਥੇ ਆਪਾਂ ਜਪ ਦੀ ਵਿਚਾਰ ਕੀਤੀ। ਜਪ ਤੋਂ ਭਾਵ ਸਮਝਣਾ, ਇਹ ਵਿਚਾਰਧਾਰਾ ਨਾਲ ਜੁੜਨਾ, ਤਾਂ ਸਾਡੇ 'ਚ ਬਦਲਾਓ ਨਾ ਆਵੇ ਕਦੇ ਵੀ ਨਹੀਂ ਹੋ ਸਕਦਾ। ਸਤਿਗੁਰੂ ਸਮਝਾਉਂਦੇ ਨੇ, ਪਹਿਲੜੀ ਲਾਮ ਪ੍ਰਵਿਰਤ ਮਾਰਗ ਦ੍ਰਿੜਾਇਆ ਬਲਰਾਮ ਜੀਓ। ਬੁੱਧੀ ਦਾ ਬਦਲ ਜਾਣਾ, ਲਾਮ ਤੋਂ ਭਾਵ ਜੁੜਨਾ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ। ਇੱਥੇ ਆਪਾਂ ਜਪ ਨੂੰ ਵਿਚਾਰਿਆ ਤੀਜੇ ਭਾਗ 'ਚ। ਅੱਗੇ ਫਿਰ ਆਪਾਂ ਚੌਥਾ ਸ਼ਲੋਕ ਚੌਥੇ ਭਾਗ 'ਚ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।